ਖੱਲਾਂ ਦੇ ਰਾਂ ਧੌਂਕੜੀ ਹਵਾ ਦੇ ਕੇ ਅੱਗ ਭੜਕਾਉਣੀ, ਅੱਗ ਪੈਦਾ ਕਰਨੀ ਉਸ ਪਹਾੜੇ ਵਿੱਚ। ਜੇ ਕਿਧਰੇ ਪ੍ਰਮਾਤਮਾ ਦੇ ਭੈ ਦੀ ਧੌਕਣੀ ਹੋਵੇ, ਜੇ ਕਿਧਰੇ ਪ੍ਰੇਮ ਦਾ ਭਾਂਡਾ ਹੋਵੇ, ਤੇ ਜੇ ਫਿਰ ਉਸ ਦੇ ਵਿੱਚ ਇਹ ਅੰਮ੍ਰਿਤ ਰੂਪੀ ਪਰਮਾਤਮਾ ਦਾ ਨਾਮ ਇਸ ਦੇ ਰਾਹੀਂ ਮਨ ਨੂੰ ਘੜਿਆ ਜਾਏ, ਢਾਲਿਆ ਜਾਏ। ਭਉ ਖਲਾ ਅਗਨ ਤਪਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ। ਘੜੀਏ ਸ਼ਬਦ ਸਚੀ ਟਕਸਾਲ। ਇਸ ਤਰ੍ਹਾਂ ਸ਼ਬਦ ਦੀ ਟਕਸਾਲ ਵਿੱਚ, ਸੱਚ ਦੀ ਟਕਸਾਲ ਜੋ ਸ਼ਬਦ ਹੈ, ਆਪਣੇ ਮਨ ਨੂੰ ਘੜੀਏ। ਕੋਈ ਘੜੇ ਪ੍ਰਭੂ ਦੇ ਭੈ ਦੀ ਧੌਕਣੀ ਬਣਾ ਕੇ, ਪ੍ਰੇਮ ਨੂੰ ਭਾਂਡਾ ਬਣਾ ਕੇ ਔਰ ਕੁਠਾਲੀ ਬਣਾ ਕੇ ਪ੍ਰੇਮ ਨੂੰ ਉਸ ਦੇ 'ਚ ਅੰਮ੍ਰਿਤ ਰੂਪੀ ਪਰਮਾਤਮਾ ਦੇ ਨਾਮ ਦੇ ਰਾਹੀਂ, ਗੁਰੂ ਸ਼ਬਦ ਦੇ ਰਾਹੀਂ ਕਿਧਰੇ ਮਨ ਨੂੰ ਘੜੇ। ਔਰ ਗੁਰੂ ਦਾ ਸ਼ਬਦ, ਪਰਮਾਤਮਾ ਦਾ ਨਾਮ, ਇਹੀ ਸੱਚੀ ਟਕਸਾਲ ਹੈ। ਇਸੇ ਟਕਸਾਲ ਦੇ 'ਚ ਜੇ ਕਿਧਰੇ ਆਪਣੇ ਆਪ ਨੂੰ ਘੜੇ, ਇਹ ਆਪਣੇ ਮਨ ਨੂੰ ਘੜੇ, ਤਾਂ ਫਿਰ ਇਹ ਐਸਾ ਸੁੰਦਰ ਗਹਿਣਾ ਬਣ ਜਾਂਦਾ ਹੈ। ਪਰਮਾਤਮਾ ਇਸ ਨੂੰ ਆਪਣੀ ਗਲਵਕੜੀ 'ਚ ਲੈ ਲੈਂਦਾ ਹੈ, ਆਪਣੇ ਗਲ ਦੇ 'ਚ ਪਾ ਲੈਂਦਾ ਹੈ। ਅਸੀਂ ਦੇਖਦੇ ਹਾਂ ਸਾਰੀ ਦੁਨੀਆ ਵਿੱਚ ਔਰ ਖਾਸ ਕਰਕੇ ਭਾਰਤ ਵਿੱਚ ਧਾਰਮਿਕ ਮੰਦਰਾਂ ਵਿੱਚ ਪੁਸ਼ਪ ਭੇਟ ਕੀਤੇ ਜਾਂਦੇ ਨੇ, ਫੁੱਲ ਭੇਟ ਕੀਤੇ ਜਾਂਦੇ ਨੇ, ਫੁੱਲਾਂ ਦੇ ਹਾਰ ਚੜਾਏ ਜਾਂਦੇ ਨੇ। ਅਗਰ ਕੋਈ ਮਨੁੱਖ ਬਾਹਰੋਂ ਗੀਟੀਆਂ ਚੁੱਕ ਕੇ, ਪੱਥਰ ਚੁੱਕ ਕੇ ਭੇਟ ਕਰੇ ਤਾਂ ਅਸੀਂ ਕਵਾਂਗੇ ਇਹ ਤੇ ਪਗਲਾ ਹੈ, ਪਾਗਲ ਹੈ। ਪਰ ਉਹ ਤਾਰਕਿਕ ਹੋਵੇ ਤੇ ਆਖੇ ਜੇ ਫੁੱਲ ਭੇਟ ਹੋ ਸਕਦੇ ਨੇ, ਪੱਥਰ ਕਿਉਂ ਨਹੀਂ? ਤਾਂ ਕਹਿਣਾ ਪਏਗਾ ਫੁੱਲ ਕੋਮਲ ਨੇ, ਫੁੱਲ ਸੁਗੰਧਿਤ ਨੇ, ਫੁੱਲ ਸੁੰਦਰ ਨੇ। ਇਸ ਵਾਸਤੇ ਭੇਟ ਕੀਤੇ ਜਾ ਸਕਦੇ ਨੇ। ਪੱਥਰ ਕਠੋਰ ਹੈ, ਕਰੂਪ ਹੈ, ਨਿਰਗੰਧ ਹੈ, ਭੇਟ ਨਹੀਂ ਹੋ ਸਕਦਾ। ਫੁੱਲ ਸੁੰਦਰ, ਸੁਗੰਧਿਤ, ਕੋਮਲ ਹੈ, ਦੂਸਰੇ ਭੇਟ ਕਰਦੇ ਨੇ ਮੰਦਰਾਂ ਵਿੱਚ। ਪਰ ਕੋਈ ਕੋਮਲ ਹੋ ਜਾਏ, ਗੁਣਾ ਨਾਲ ਮੁਅੱਤਰ ਹੋ ਜਾਏ, ਪ੍ਰਭੂ ਦੇ ਨਾਮ ਦਾ ਸੁਹੱਪਣ ਉਸ ਦੇ ਅੰਦਰ ਪੈਦਾ ਹੋ ਜਾਏ, ਤਾਂ ਉਹ ਸਵੈਮ ਪ੍ਰਮਾਤਮਾ ਦੇ ਗਲ ਦਾ ਹਾਰ ਬਣ ਜਾਂਦਾ ਹੈ, ਸ਼ਿੰਗਾਰ ਬਣ ਜਾਂਦਾ ਹੈ। ਭਗਤ ਹੀ ਧਰਮ ਦੀ ਦੁਨੀਆ ਦੀ ਸ਼ੋਭਾ ਨੇ, ਸਾਧੂ ਹੀ ਪ੍ਰਮਾਤਮਾ ਦੇ ਜਗਤ ਦੀ ਸ਼ੋਭਾ ਨੇ। ਸਾਧੂ ਸਤਮ ਜਾਣੋ, ਨਾਨਕ ਪ੍ਰੀਤ ਕਾਰਣੇ। ਮਹਾਰਾਜ ਕਹਿੰਦੇ ਨੇ ਜੇ ਇਸ ਤਰ੍ਹਾਂ ਭੈ ਦੀ ਧੌਖਣੀ ਬਣਾ ਕੇ ਮਨੁੱਖ ਤੋਂ ਡਰਦਾ ਹੈ, ਮਨੁੱਖ ਕਾਨੂੰਨ ਤੋਂ ਡਰਦਾ ਹੈ, ਮਨੁੱਖ ਪਰਮਾਤਮਾ ਤੋਂ ਨਹੀਂ ਡਰਦਾ। ਪਰਮਾਤਮਾ ਨਿਰਮਲ ਹੈ, ਉਸ ਦਾ ਭੈ ਨਿਰਮਲ ਹੈ, ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ। ਕਾਨੂੰਨ ਦਾ ਭੈ ਮਨੁੱਖ ਦੇ ਮਨ ਨੂੰ ਬਦਲਦਾ ਨਹੀਂ, ਅੰਦਰ ਤੇ ਵਿਕਾਰ ਬਣੇ ਰਹਿੰਦੇ ਨੇ। ਕਾਨੂੰਨ ਦਾ ਡਰਦਾ ਹੋਇਆ ਤਨ ਦੇ ਤਲ ਤੇ ਪ੍ਰਗਟ ਨਹੀਂ ਕਰਦਾ। ਪਰ ਪਰਮਾਤਮਾ ਦਾ ਭੈ ਮਨ ਦੇ ਚੋਂ ਵਿਕਾਰਾਂ ਨੂੰ ਕੱਢ ਦਿੰਦਾ ਹੈ। ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ। ਪਰਮਾਤਮਾ ਦਾ ਭੈ ਦਰਅਸਲ ਪਰਮਾਤਮਾ ਨੂੰ ਨਿਕਟ ਕਰ ਦਿੰਦਾ ਹੈ, ਉਸ ਮਨੁੱਖ ਨੂੰ ਨਿਕਟ ਕਰਕੇ ਜੋ ਹੈ ਪ੍ਰਤੀਤ ਹੁੰਦਾ ਹੈ। ਜੇ ਕਿਧਰੇ ਤੂੰ ਭੈ ਦੀ ਧੌਖੜੀ ਬਣਾਏ ਔਰ ਜਤ ਦੀ ਕਿਧਰੇ ਭੱਠੀ ਬਣਾਏ, ਧੀਰਜ ਨੂੰ ਸੁਨਿਆਰ ਬਣਾ ਲਵੇਂ, ਮਤ ਨੂੰ ਐਰਣ ਬਣਾ ਲਵੇਂ, ਗਿਆਨ ਨੂੰ ਹਥੌੜਾ ਬਣਾ ਲਵੇਂ, ਭੈ ਨੂੰ ਧੌਖੜੀ ਬਣਾ ਲਵੇਂ, ਪ੍ਰੇਮ ਨੂੰ ਭਾਂਡਾ ਬਣਾ ਲਵੇਂ, ਤੇ ਇਸ ਦੇ ਵਿੱਚ ਹੀ ਮਨ ਨੂੰ ਅੰਮ੍ਰਿਤ ਸਮਾਨ ਤੋਂ ਢਾਲੇ। ਸ਼ਬਦ ਦੇ ਰਾਹੀਂ ਘੜੀਏ ਸ਼ਬਦ ਸੱਚੀ ਟਕਸਾਲ। ਸ਼ਬਦ ਦੀ ਸੱਚੀ ਟਕਸਾਲ ਵਿੱਚ ਜੇ ਕਿਧਰੇ ਤੂੰ ਇਸ ਤਰ੍ਹਾਂ ਆਪਣੇ ਆਪ ਨੂੰ ਘੜੇ ਤਾਂ ਫਿਰ ਤੂੰ ਧਨ ਹੋ ਜਾਏਗਾ। ਪਰ ਸਾਹਿਬ ਕਹਿੰਦੇ ਨੇ ਇਹ ਕਾਰ ਕੌਣ ਕਰਦੇ ਨੇ? ਜਿਨ ਕੋ ਨਦਰ ਕਰਮ ਤਿਨ ਕਾਰ।
ਜਿਨ੍ਹਾਂ ਦੇ ਉੱਤੇ ਪ੍ਰਭੂ ਦੀ ਨਿਗਾਹ ਹੈ, ਜਿਨ੍ਹਾਂ ਦੇ ਉੱਤੇ ਪ੍ਰਭੂ ਦੀ ਬਖਸ਼ਿਸ਼ ਹੈ, ਇਹ ਕੰਮ ਉਹੀ ਕਰਦੇ ਨੇ ਔਰ ਬਖਸ਼ਿਸ਼ ਦੁਆਰਾ ਉਹ ਨਿਹਾਲ ਹੋ ਜਾਂਦੇ ਨੇ। ਨਾਨਕ ਨਦਰੀ ਨਦਰ ਨਿਹਾਲ, ਉਹ ਨਿਹਾਲ ਹੋ ਜਾਂਦੇ ਨੇ, ਭਾਵ ਪਰਮਾਤਮਾ ਦਾ ਸਰੂਪ ਹੋ ਜਾਂਦੇ ਨੇ। ਜਗਤ ਤੇ ਆਇਆ ਉਹਨਾਂ ਦਾ ਸਫਲ ਹੋ ਜਾਂਦਾ ਹੈ। ਹੁਣ ਸ਼ਲੋਕ ਜਪਜੀ ਸਾਹਿਬ ਦੀ ਸਮਾਪਤੀ ਦਾ ਉਪਸੰਗਾਰ। ਸ਼ਲੋਕ। ਪੌਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲੇ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ, ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ, ਗਏ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ। ਸਾਡਾ ਤਨ ਜਿਸ ਢੰਗ ਨਾਲ ਬਣਿਆ ਔਰ ਜਿਸ ਢੰਗ ਨਾਲ ਇਹ ਰਹਿ ਰਿਹਾ ਹੈ, ਇਸ ਦੀ ਵਿਆਖਿਆ ਫਿਰ ਜਿਨ੍ਹਾਂ ਨੇ ਇਸ ਤਨ ਨੂੰ ਪ੍ਰਾਪਤ ਕਰਕੇ ਸਫਲਤਾਪੂਰਵਕ ਜੀਵਨ ਜੀਵਿਆ, ਫਿਰ ਉਹਨਾਂ ਦੀ ਮਹਿਮਾ ਇਸ ਪਾਵਨ ਪਵਿੱਤਰ ਸ਼ਲੋਕ ਵਿੱਚ ਸਾਹਿਬ ਇੱਥੇ ਚੂੰਕਿ ਪੰਜ ਤੱਤ ਦਾ ਇਹ ਸਰੀਰ ਹੈ, ਪਵਨ ਨੂੰ ਗੁਰੂ ਕਹਿ ਰਹੇ ਨੇ। ਗੁਰੂ ਵਿਚੋਲਾ ਹੈ। ਦਰਅਸਲ ਸਵਾਸਾਂ ਦੀ ਡੋਰੀ ਨੇ ਹੀ ਸਾਰੇ ਤੱਤਾਂ ਨੂੰ ਜੋੜ ਕੇ ਰੱਖਿਆ ਹੋਇਆ ਹੈ, ਬੰਨ ਕੇ ਰੱਖਿਆ ਹੋਇਆ ਹੈ। ਬਸ ਸਵਾਸ ਨਿਕਲੇ, ਪਵਨ ਨਿਕਲੇ ਤਾਂ ਸਰੀਰ ਦੇ ਸਾਰੇ ਤੱਤ ਬਿਖਰ ਜਾਂਦੇ ਨੇ, ਸਰੀਰ ਮੁਰਦਾ ਹੋ ਜਾਂਦਾ ਹੈ। ਪਵਨ ਤੱਤ ਦੀ ਪ੍ਰਕਿਰਤੀ ਹੈ ਬੋਲਣਾ। ਦੇਹੀ ਮਾਟੀ ਬੋਲੇ ਪਵਨ। ਬੋਲਣ ਨਾਲ ਹੀ ਸੰਬੰਧ ਜੁੜਦੇ ਨੇ ਔਰ ਬੋਲਣ ਨਾਲ ਹੀ ਮਨੁੱਖ ਦੀ ਹੋਂਦ ਪ੍ਰਗਟ ਹੁੰਦੀ ਹੈ। ਮਨੁੱਖ ਨੂੰ ਵੇਖ ਕੇ ਕੁਛ ਵੀ ਨਹੀਂ ਪਤਾ ਚੱਲਦਾ ਇਹ ਮਨੁੱਖ ਕੀ ਹੈ। ਬੋਲਦਿਆਂ ਪਤਾ ਚੱਲਦਾ ਹੈ ਰਜੋਗੁਣੀ ਹੈ, ਤਮੋਗੁਣੀ ਹੈ, ਸਤੋਗੁਣੀ ਹੈ, ਮੂਰਖ ਹੈ, ਸਿਆਣਾ ਹੈ, ਧਾਰਮਿਕ ਹੈ, ਰਾਜਨੀਤਿਕ ਹੈ। ਇਹ ਤੇ ਬੋਲਦਿਆਂ ਹੀ ਪਤਾ ਚੱਲਦਾ ਹੈ। ਬੋਲਤ ਹੀ ਪਹਿਚਾਨੀਏ, ਸਾਧ ਅਸਾਧ ਕੋ ਥਾਟ, ਅੰਤਰ ਕੀ ਕਰਨੀ ਸਬੇ, ਨਿਕਸੇ ਮੁਖ ਕੀ ਬਾਟ। ਮਨੁੱਖ ਦੀ ਤਰਜ਼ੇ ਗੁਫ਼ਤਗੂ ਮਨੁੱਖ ਦੀ ਸਾਰੀ ਹੋਂਦ ਬਾਹਰ ਪ੍ਰਗਟ ਕਰਕੇ ਰੱਖ ਦਿੰਦੀ ਹੈ। ਇਹ ਸੰਜਮੀ ਪੁਰਸ਼ ਹੈ ਜਾਂ ਬੇਬਾਕ, ਇਹ ਦੂਰ ਦ੍ਰਿਸ਼ਟ ਗਹਿਰ ਗੰਭੀਰ ਹੈ ਜਾਂ ਜਲਦਬਾਜ਼, ਇਹ क्रोधी है या विनिम्र है, ये हंकारी है या भगत है, राजनैतिक है या धार्मिक है। ये सब उसके बोलों तो जो है पता चल जाता है कि बोलना पवन करके देही माटी बोले पवन। संसार दे सारे संबंध बोल के ही जुड़ते हैं और जिथे संबंध ना होवे मनुख कहता है उत्थे साडी बोल चाल नहीं है, और जिथे संबंध बड़े गूढ़े होवन बई उत्थे साडी बोल चाल है और बड़ी गूढ़ बोल चाल है, बड़ी चंगी बोल चाल है। एक सियाणा मेहमान फौरन अंदाजा ला लेंदा है दो भरावां दे वक्ती संबंध टुटे हुए ने, क्यों बोलते ही नहीं। पति पत्नी दे संबंध वक्ती टुटे हुए ने, क्यों बोलते ही नहीं। ना बोलना संबंधां दा विछिन्न होना है, बोलना ही संबंधां दा जुड़ना है। जिस तरह बोल के संसार नाल संबंध जुड़ते ने, बोल के ही निरंकार नाल संबंध जुड़ते ने। बाबा बोलना क्या कहिए, जैसे राम नाम रव रहिए। गाविए सुनिए मन रखिए भाव, गावना है बोली जाना है,
ਬੋਲੀ ਜਾਣਾ ਹੈ। ਇਸ ਬੋਲਦੇ ਦੇ ਨਾਲ ਹੀ ਪ੍ਰਭੂ ਨਾਲ ਸੰਬੰਧ ਜੁੜ ਜਾਂਦੇ ਨੇ। ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਤੋ ਇਹ ਜੋ ਪਵਨ ਹੈ ਇਹ ਗੁਰੂ ਹੈ, ਇਹ ਵਿਚੋਲਾ ਹੈ। ਸਾਰੇ ਤੱਤਾਂ ਨੂੰ ਉਸਨੇ ਜੋੜ ਕੇ ਰੱਖਿਆ ਹੋਇਆ ਹੈ। ਔਰ ਪਵਨ ਪ੍ਰਕਿਰਤੀ ਕਰਕੇ ਜਿਹੜਾ ਬੋਲਣਾ ਹੈ, ਇਸ ਨਾਲ ਹੀ ਸੰਸਾਰ ਤੇ ਨਿਰੰਕਾਰ ਨਾਲ ਸੰਬੰਧ ਜੁੜਦੇ ਨੇ। ਇਸ ਵਾਸਤੇ ਪਵਨ ਗੁਰੂ ਹੈ। पाणी पिता है, पाणी पिता है जगत का। पहला पाणी जीव है जित हरया सब कोय। और माता धरत महत पूजन योग मां है ये धरती। सारी उत्पत्ति धरती तो है, सारी उत्पत्ति दा मरकज धरती है। और धरती ही सारियां नूं पाल रही है। कदी बगौर मुताला करिए, मनुख दा तन मिट्टी है, धरती है। खाक यात्रा ते चल पैंदी है तो खाक बन जाती है खुराक, और खुराक बन जाता है खून, खून बन जाता है बिंद, बिंद बन जाता है मांस दा लोथड़ा, और मांस दा लोथड़ा ही बन जाता है बच्चा, बच्चा बन जाता है जवान, जवान हो जाता है बुढ़ा, बुढ़ा फिर खाक दे च खाक, मिट्टी दे च मिट्टी। उत्पत्ति मिट्टी तो है, पालना भी मिट्टी ही कर रही है। असी जो कुछ खाते हैं सब धरती दे रही है, जो कुछ हटाते हैं सब धरती दे रही है। फिर ये पूजन योग मां इस वास्ते भी है, बच्चा मां दी गोद विच है, मल मूत्र उसने कर दिता है, मां सुटदी है किथे धरती थे, धरती भी किसी पासे सुटदी है नहीं, अपने जज़ब करती है। जब पैदा उसने कीता है तो उसकी गंध भी अपने विच जज़ब करती है। वक्ती तौर ते बच्चा सौ गया तो मां दी गोद है, पर जे किधरे सदी भी हमेशा दी नींद सौ गया है तो फिर ते धरती दी गोद ही है। माता धरत महत ये पूजन योग मां है। तत्तां दी महिमा बयान पे करदे ने पवन गुरु पाणी पिता। माता धरत महत दिवस रात दोए दाई, दाया खेले सगल जगत। दिन ते रात ये दाई है, दाया है, इसे विच ही सारे जीव विचरदे ने, खेलदे ने, जीवन चरिया अपनी चलांदे ने दिन दे च रात दे च। इस वास्ते दिन ते रात ये दोवें दाई ते दाया ने। कहंदे ने राजयोगी भरतरी जद उन्हां दा अंतिम समा आया तो उन्हां दे शिष्य हथ जोड़ के खड़े ने, कहंदे ने राजयोगी जांदे साडी झोली दे च कुछ पा जाओ। तो भरतरी कहंदे ने समा नहीं है, मैं किसी दा कर्जा उतारना है, धन्यवाद करना है। अंतिम समय किसदा कर्जा उतारना है, किसदा धन्यवाद करना है। तो राजयोगी भरतरी दे ए बोल, बसदा मात कबंद बंद, शुभ है सख आगे। तात मात वर भ्रात गगन में तुम संग आगे। ए अंत की नमो जोर कर करो सदीने, तुमरे संग प्रताप सुकृत जो सर्व में कीने। तिन ज्ञान भान निर्मल कियो, हन्यो महात्म सब मैं लीन भयो पार ब्रह्म में। तुम सम रहो न काम अब। भरतरी कहंदे ने हे धरती मां, हे पाणी पिता, हे पवन सखा, हे गगन सखा, और हे पवन गुरु, धन्यवाद है थोड़ा। मैं प्रणाम करदा, मैं नमस्कार करदा। क्यों? तुमरे संग प्रताप सुकृत जो सर्व में कीने। थोड़े प्रताप दा सदका ही मैं जप करदा रहा, सेवा करदा रहा, साधना करदा रहा। जे तुसी सारे ना आउंदे मेरे कोल ए देह ही नहीं होनी सी, ते जे देह ही ना आउंदी तो मेरी जीवन यात्रा सफल नहीं होनी सी। मेरी चेतना
ਪ੍ਰਭੂ ਵਿੱਚ ਲੀਨ ਨਹੀਂ ਹੋਣੀ ਸੀ। ਇਸ ਵਾਸਤੇ ਭਰਤਰੀ ਨਮਸਕਾਰ ਪਏ ਕਰਦੇ ਨੇ ਇਹਨਾਂ ਤੱਤਾਂ ਨੂੰ। ਬਸਦਾ ਮਾਤ ਕਬੰਦ ਬੰਦ ਸੁਭ ਹੈ ਸਕ ਆਗੇ, तात मात वर भ्रात गगन में तुम संग आगे, ए अंत की नमो जोर कर करो सदीने, तुमरे संग प्रताप सुकृत जो सर्व में कीने। थोड़े मिलाप दा सदका मैं शुभ कर्म करदा रहा। उन्हां शुभ कर्मां ने की कीता है? तिन ज्ञान भान निर्मल कियो, हन्यो महात्म सब मैं लीन भयो पार ब्रह्म में, तुम संग रहो ना काम अब। महान ज्ञान का सूरज उदय होया ऐ तत्तो थोड़ा सदका, और उसका सदका मैं परमात्मा च लीन हो गया, मैं ब्रह्म स्वरूप हो गया। ऐ तत्तो हुण मेरा थोड़े नाल कम नहीं, मैं अपने घर पहुंच गया। जाओ तुसी अपने घर। धन्यवाद कर रहे ने, तुसी मैनू अपने घर तक पहुंचाया, थोड़ा धन्यवाद, थोड़ा शुकराना, थानों नमस्कार। तत्तां दी महिमा धन गुरु नानक देव जी महाराज गायन कर रहे ने। पवन गुरु है जिसदा सदका असी बोल बोल के संसार नाल ते परमात्मा नाल संबंध बनाए। पानी पिता है जिस तो सानू जीवन मिलता रहा, और माता धरती है पूजन योग है जिस दे विच असी विचरदे रहे, खांदे रहे, पींदे रहे, जीवदे रहे, हसदे रहे, सौंदे रहे। सारी क्रिया धरती दे च ही करदे रहे। दिवस रात दोए दाई दाया खेले सगल जगत, ये दिन ते रात दोवें खिडावे ने जिस दे च सारा जगत खेल रहा है, सारे जीव विचर रहे ने, खेड रहे ने। पर परिपूर्ण परमात्मा दे दरबार दे च चंगियां आईयां बुरियां आईयां, वाचे धर्म हदूर। परमात्मा दी हजूरी दे च परमात्मा दी बनी हुई जो मर्यादा है, जो धर्म है, उस संसार वाचिया जांदा है कि जीवां दियां चंगियाईयां नूं ते बुरियाईयां नूं। करमी आपो अपनी के नेड़े के दूर, ये अपने कीते कर्म ने जो प्रभु दी नेड़ता नसीब करा देंदे ने, या दूरियां नूं जो है जन्म देंदे ने। दूर हो गया कर्मा करके, नेड़े हो गया कर्मा करके, तो उन्हां कर्मा नूं ही प्रभु दी हजूरी दे च वाचिया जांदा है। यही उस प्रभु दा नियम है, यही उसका जो है धर्म है। इन्हां कर्मां विचों जिसने सिरमौर कर्म कीता कि जिन्नी नाम ध्याया गए मुसक्कत घाल, जिन्हां ने परमात्मा दे नाम दे च ध्यान जोड़िया, अपनी सुरत जोड़ी, ओ मानो घालना घाल गए। उन्होंने सही घालना घाली, उन्होंने सही ढंग दी मुशक्कत की थी, मेहनत की थी। नानक ते मुख उजले केती छुट्टी नाल, उन्हां दे अपने मुख ते पवित्र होए। उन्हां दा अपना आवना ते जगत दे सफल होया, पर उन्हां दा सदका होर भी कईयां दे बंधन टुटे, उन्हां तो प्रेरणा मिली। तो दूजे भी कई नाम जप जप के अपने बंधनां नूं तोड़न विच सफल होए। तिनकी बरकत खाए असंख करोड़े। एक फुल जद खिड़ पैंदा है तो कईयां नूं महक मिलदी है। एक दीवा जद रस्ते जल पैंदा है तो कईयां नूं चानना मिलदा है। एक मनुख जद कोई अपना जीवन सफल कर लैंदा है तो उस तरह के जो साधक अभ्यासी तड़प रखण वाले ने रब्बी, उस तो लाभवंत होंदे ने, और उन्हां दे मुख भी उजले हो जाते ने, उन्हां दे बंधन भी टुट जाते ने, उन्हां दा भी संसार ते आया होया सफल हो जाता है। जिन्नी नाम ध्याया गए मुशक्कत घाल, नानक ते मुख उजले केती छुट्टी नाल। उन्हां दा सदका होर कईयां दे बंधन छुट जाते ने। उन्हां दे अपने मुख जिथे उजले होंदे ने, वो होर भी अनेकां दे मुख उजले करके उन्हां नूं जीवन मुक्त जो है कर देंदे ने। जपजी साहब दी ये अगम्मी व्याख्या तुच्छ बुद्धि अनुसार समस्त भगवत प्रेमियां दे सामने रखी है।
संसार सागर है, भय दा सागर है और हर वक्त कोई ना कोई समस्या बनी रहती है। इस भय सागर नू पार कर सकीए गुरु दा शब्द है, जप तप है। शब्द सागर ऑडियो विजुअल ने ये उद्यम किया है कि शब्द दी सूझबूझ घर घर तक पहुंचे और मनुखता भव सागर तो पार होके परम आनंद मान सके। सतगुरु धन गुरु नानक देव जी महाराज मेहरामद करन, बख्शिश करन। जपजी साहब दी इस अगम्य विचार नू सुन के सारियां दी सुरत भव सागर तो पार होवे, सारियां दा आया होया जगत विच सफल होवे, ताकि कथन कीता होया ते सुने होया दरगाह विच कबूल हो सके। कोई गावे को सुने हर नामा चितलाए, कहो कबीर संसार नहीं अंत परम गत पाए। वाहिगुरु 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 जी का खालसा, वाहिगुरु जी की फतेह।